ਕਣਕ ਦੀ ਫਸਲ ਜਦੋਂ ਪੱਕ ਕੇ ਤਿਆਰ ਹੋ ਜਾਂਦੀ ਹੈ ਤੇ ਕਿਸਾਨ ਜਦੋਂ ਫਸਲ ਨੂੰ ਵੱਢ ਕੇ ਮੰਡੀਆਂ 'ਚ ਲੈ ਜਾਂਦਾ ਹੈ ਤਾਂ ਉਸ ਤੋਂ ਬਾਅਦ ਝੋਨੇ ਦੀ ਫਸਲ ਦੀ ਬਿਜਾਈ ਦੀ ਸ਼ੁਰੂਆਤ ਹੋ ਜਾਂਦੀ ਹੈ। ਝੋਨਾ ਯਾਨੀ ਕਿ ਜੀਰੀ, ਮਾਲਵੇ 'ਚ ਜਿਹਨੂੰ ਜੀਰੀ ਕਿਹਾ ਜਾਂਦਾ ਹੈ, ਮਾਝੇ 'ਚ ਉਹਨੂੰ ਝੋਨਾ ਕਿਹਾ ਜਾਂਦਾ ਹੈ। ਝੋਨੇ ਦੀ ਜਦੋਂ ਬਿਜਾਈ ਸ਼ੁਰੂ ਹੁੰਦੀ ਹੈ ਤਾਂ ਨਾਲ ਹੀ ਇੱਕ ਵੱਡਾ ਮਸਲਾ ਵੀ ਖੜਾ ਹੋ ਜਾਂਦਾ ਹੈ। ਸਰਕਾਰਾਂ ਕਹਿੰਦੀਆਂ ਹਨ ਕਿ ਸਿੱਧੀ ਬਿਜਾਈ ਕੀਤੀ ਜਾਵੇ, ਪਰ ਕਿਸਾਨ ਜੋ ਹਨ ਉਹ ਰਵਾਇਤੀ ਹੀ ਬਿਜਾਈ ਕਰਨ 'ਚ ਵਿਸ਼ਵਾਸ ਰੱਖਦੇ ਹਨ। ਸਰਕਾਰਾਂ ਕਹਿੰਦੀਆਂ ਹਨ ਕਿ ਸਿੱਧੀ ਬਿਜਾਈ ਕਰੋਗੇ ਤਾਂ ਉੱਥੇ ਕਿਤੇ ਨਾ ਕਿਤੇ ਕਿਸਾਨਾਂ ਨੂੰ ਵੀ ਫਾਇਦਾ ਮਿਲੇਗਾ ਤੇ ਨਾਲ ਦੀ ਨਾਲ ਹੀ ਧਰਤੀ ਹੇਠਲਾ ਪਾਣੀ ਵੀ ਅਸੀਂ ਬਚਾ ਪਾਵਾਂਗੇ, ਜੋ ਕਿ ਦਿਨ ਬ ਦਿਨ ਹੀ ਘਟਦਾ ਜਾ ਰਿਹਾ ਹੈ ਤਾਂ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਮੁਸ਼ਕਲ ਭਰਿਆ ਦੌਰ ਹੋ ਜਾਵੇਗਾ। ਤਾਂ ਹੁਣ ਵੀ ਪੰਜਾਬ ਸਰਕਾਰ ਨੇ ਵੀ ਕਿਸਾਨਾਂ ਨੂੰ ਇਹੀ ਕਿਹਾ ਹੈ ਕਿ ਸਿੱਧੀ ਬਿਜਾਈ ਝੋਨੇ ਦੀ ਕੀਤੀ ਜਾਵੇ। ਜਿਹੜਾ ਕਿਸਾਨ ਸਿੱਧੀ ਬਿਜਾਈ ਕਰੇਗਾ ਸਰਕਾਰ ਉਸ ਨੂੰ 1500 ਰੁਪਈਆ ਪ੍ਰਤੀ ਏਕੜ ਆਪਣੇ ਕੋਲੋਂ ਦੇਵੇਗੀ। ਅਸੀਂ ਇਸ ਵੇਲੇ ਜ਼ਿਲ੍ਹਾ ਗੁਰਦਾਸਪੁਰ ਦੇ ਸਹਾਰੀ ਪਿੰਡ 'ਚ ਖੜ੍ਹੇ ਹਾਂ। ਤੁਸੀਂ ਦੇਖ ਸਕਦੇ ਹੋ ਕਿ ਇੱਥੇ ਜਿਸ ਪੈਲੀ 'ਚ ਅਸੀਂ ਖੜ੍ਹੇ ਹਾਂ, ਇੱਥੇ ਅਗਾਂਹਵਧੂ ਸੋਚ ਦੇ ਮਾਲਕ ਕਿਸਾਨ ਪਲਵਿੰਦਰ ਸਿੰਘ, ਜਿਨ੍ਹਾਂ ਨੇ ਖੇਤੀਬਾੜੀ ਵਿਭਾਗ ਦੇ ਨਾਲ ਜੁੜ ਕੇ ਕਈ ਨਵੀਆਂ ਤਕਨੀਕਾਂ ਸਿੱਖੀਆਂ ਅਤੇ ਨਵੀਂ ਸੋਚ ਦੇ ਨਾਲ ਸਿੱਧੀ ਬਿਜਾਈ ਝੋਨੇ ਦੀ ਕਰ ਰਹੇ ਹਨ ਪਿਛਲੇ ਕਾਫੀ ਲੰਬੇ ਸਮੇਂ ਤੋਂ। ਤੁਸੀਂ ਦੇਖ ਸਕਦੇ ਹੋ ਇਹਨਾਂ ਦੇ ਖੇਤ 'ਚ ਖੜ੍ਹੇ ਹਾਂ। ਹੁਣ ਥੋੜ੍ਹੀ ਦੇਰ ਪਹਿਲਾਂ ਹੀ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਦਾ ਬੇਟਾ ਹਰਮਨਦੀਪ ਸਿੰਘ ਜੋ ਕਿ ਇਸ ਜ਼ਮੀਨ ਨੂੰ ਲੈਵਲ ਕਰ ਰਿਹਾ ਸੀ, ਪੱਧਰਾ ਕਰ ਰਿਹਾ ਸੀ। ਉਸ ਤੋਂ ਬਾਅਦ ਇਸ ਦੇ ਵਿੱਚ ਝੋਨੇ ਦੀ ਜਿਹੜੀ ਆ ਉਹ ਇਹਨਾਂ ਦੇ ਵੱਲੋਂ ਸਿੱਧੀ ਬਿਜਾਈ ਕੀਤੀ ਜਾਵੇਗੀ। ਫਿਲਹਾਲ ਸਰਕਾਰ ਨੇ ਤਾਂ ਸਮਾਂ ਰੱਖ ਰੱਖਿਆ ਹੈ ਕਿ 20 ਮਈ ਤੋਂ ਪਹਿਲਾਂ ਸਿੱਧੀ ਬਿਜਾਈ ਨਹੀਂ ਕਰ ਸਕਦੇ, ਪਰ ਫਿਲਹਾਲ ਕਿਸਾਨਾਂ ਦੇ ਵੱਲੋਂ ਜਿਹੜੇ ਸਿੱਧੀ ਬਿਜਾਈ ਕਰਦੇ ਨੇ ਪਲਵਿੰਦਰ ਸਿੰਘ, ਉਹਨਾਂ ਵੱਲੋਂ ਆਪਣੇ ਖੇਤ ਜਿਹੜੇ ਨੇ ਉਹ ਸਮਤਲ ਕੀਤੇ ਜਾ ਰਹੇ ਨੇ। ਤੁਸੀਂ ਦੇਖ ਸਕਦੇ ਹੋ ਕਿ ਬਿਜਾਈ ਵਾਸਤੇ ਵੀ ਮਸ਼ੀਨ ਇਹਨਾਂ ਦੇ ਕੋਲ ਹੈ ਤੇ ਦੂਸਰੇ ਪਾਸੇ ਜਿਹੜੀ ਇਹ ਮਸ਼ੀਨ ਹੈ ਜਿਸ ਦੇ ਨਾਲ ਸਿੱਧੀ ਬਿਜਾਈ ਕਰਦਿਆਂ ਜ਼ਮੀਨ ਨੂੰ ਪੱਧਰਾ ਕੀਤਾ ਜਾਂਦਾ, ਜ਼ਮੀਨ ਦਾ ਲੈਵਲ ਕੀਤਾ ਜਾਂਦਾ ਹੈ। ਦੋਨੋਂ ਹੀ ਪਿਓ ਪੁੱਤ ਇਸ ਵੇਲੇ ਖੇਤੀਬਾੜੀ ਦੇ ਧੰਦੇ ਦੇ ਵਿੱਚ ਮਿਹਨਤ ਕਰ ਰਹੇ ਹਨ, ਪਰ ਨਵੀਂ ਸੋਚ ਲੈ ਕੇ, ਤਾਂ ਕਿ ਆਪਣੇ ਆਪ ਨੂੰ ਵੀ ਫਾਇਦਾ ਹੋ ਸਕੇ ਤੇ ਆਉਣ ਵਾਲੀ ਪੀੜ੍ਹੀਆਂ ਨੂੰ ਵੀ ਬਚਾਇਆ ਜਾ ਸਕੇ। ਜਿੱਥੇ ਸਰਕਾਰਾਂ ਕਹਿੰਦੀਆਂ ਹਨ ਕਿ ਸਿੱਧੀ ਬਿਜਾਈ ਕਰੋ, ਉਹਨਾਂ ਹਦਾਇਤਾਂ ਦੇ ਉੱਤੇ ਕਾਫੀ ਲੰਬੇ ਸਮੇਂ ਤੋਂ ਚੱਲਦੇ ਨਜ਼ਰ ਆ ਰਹੇ ਨੇ। ਚੱਲ ਕੇ ਸਭ ਤੋਂ ਪਹਿਲਾਂ ਤਾਂ ਪਲਵਿੰਦਰ ਸਿੰਘ ਜੋ ਕਿਸਾਨ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਕੀ ਕਹਿਣਾ ਹੈ ਉਹਨਾਂ ਦਾ, ਕਿੰਨਾ ਕੁ ਫਾਇਦਾ ਮਿਲਦਾ ਹੈ ਅਗਰ ਸਿੱਧੀ ਬਿਜਾਈ ਕਰਦੇ ਹਨ, ਜਾਂ ਫਿਰ ਕਿੰਨਾ ਕੁ ਨੁਕਸਾਨ ਵੀ ਉਠਾਉਣਾ ਪੈਂਦਾ ਹੈ ਜਦੋਂ ਸਿੱਧੀ ਬਿਜਾਈ ਕੀਤੀ ਜਾਂਦੀ ਹੈ, ਤੇ ਕਿਉਂ, ਕੀ ਕਾਰਨ ਹੈ ਕਿ ਕਿਸਾਨ ਜਿਹੜੇ ਨੇ ਉਹ ਸਿੱਧੀ ਬਿਜਾਈ ਵੱਲ ਹਾਲੇ ਨਹੀਂ ਆ ਰਹੇ। ਸਾਡੇ ਨਾਲ ਮੌਜੂਦ ਨੇ ਪਲਵਿੰਦਰ ਸਿੰਘ ਜੀ, ਇਹਨਾਂ ਨਾਲ ਗੱਲਬਾਤ ਕਰ ਲੈਂਦੇ ਹਾਂ। ਪਲਵਿੰਦਰ ਜੀ, ਕਦੋਂ ਤੋਂ ਸਿੱਧੀ ਬਿਜਾਈ ਕਰ ਰਹੇ ਹੋ? ਪਾਲ ਜੀ, ਆਪਾਂ ਸਨ 2010 ਤੋਂ ਜਿਹੜੇ ਸਿੱਧੀ ਬਿਜਾਈ ਦੇ ਵਿੱਚ ਲੱਗੇ ਆ ਤੇ 2010 ਤੋਂ ਲੈ ਕੇ 22 ਆ ਗਿਆ, 12 ਸਾਲ ਇਹਨੂੰ ਹੋ ਗਏ ਨੇ। ਤੇ ਇਹਦੇ ਵਿੱਚ ਸਾਨੂੰ ਬੜੀਆਂ ਮੁਸ਼ਕਲਾਂ ਆਈਆਂ, ਜਿਹੜੀਆਂ ਔਕੜ ਆਈਆਂ। ਜਿਸ ਤਰ੍ਹਾਂ ਸਟਾਰਟਿੰਗ ਦੇ ਵਿੱਚ ਇਹ ਮਸ਼ੀਨਾਂ ਹੋਰ ਹੀ, ਨਦੀਨਾਂ ਦੇ ਵਿੱਚ ਸਾਡੀ ਸਮੱਸਿਆ ਆਉਂਦੀ ਸੀਗੀ। ਪਹਿਲੋਂ ਅਸੀਂ ਇਹਨੂੰ ਸੁੱਕੇ ਬਿਜਾਈ ਕਰਦੇ ਸੀਗੇ, ਜਦੋਂ ਨੂੰ ਫਿਰ ਉੱਤੇ ਜਿਹੜੀ ਪਹਿਲੀ ਸਪਰੇਅ ਹੁਣ ਅੱਜ ਤੋਂ 2-4 ਸਾਲ ਪਹਿਲਾਂ ਪੈਂਡੀਮੈਥਲੀਨ ਦੀ ਆ ਗਈ ਹੈ, ਜਿਹੜੀ ਨਦੀਨਾਂ 'ਤੇ ਰੋਕਥਾਮ ਕਰਦੀ ਆ, ਉਹ ਨਹੀਂ ਹੁੰਦੀ। ਤੇ ਉਹਦੇ ਵਿੱਚ ਆਣ ਕੇ 2-4 ਸਾਲ 5 ਸਾਲ ਸਾਨੂੰ ਕਾਫੀ ਸਮੱਸਿਆ ਆਈ। ਲੇਕਿਨ ਹੁਣ 2016 ਤੋਂ ਬਾਅਦ ਅਸੀਂ ਜਿਹੜੀ ਆ ਨਿਰਵਿਘਨ ਆਪਣੀ ਜਿਹੜੀ ਆ ਖੇਤਾਂ ਵਿੱਚ ਜਿਹੜੀ ਸਿੱਧੀ ਬਿਜਾਈ ਕਰ ਰਹੇ ਹਾਂ। ਤੇ ਉਹਦੇ ਵਿੱਚ ਸਾਡਾ ਜਿਹੜਾ ਵਾ ਪਾਣੀ, ਸਮਾਂ, ਪੈਸਾ ਜਿਹੜਾ ਵਾ ਉਹਦੀ ਕਾਫੀ ਜਿਹੜੀ ਹੱਦ ਤੱਕ ਜਿਹੜੀ ਉਹ ਬਚਤ ਹੋ ਰਹੀ ਹੈ। ਜੇ ਦੇਖਿਆ ਜਾਵੇ ਤਾਂ ਸਿੱਧੀ ਬਿਜਾਈ ਵਾਸਤੇ ਸਰਕਾਰਾਂ ਵੀ ਕਹਿ ਰਹੀਆਂ ਨੇ ਕਿ ਸਿੱਧੀ ਬਿਜਾਈ ਕਰੋ। ਸਰਕਾਰਾਂ ਆਪਣੇ ਤੌਰ ਤੇ ਮੁਆਵਜ਼ਾ ਵੀ ਦੇ ਰਹੀਆਂ ਨੇ ਕਿਸਾਨਾਂ ਨੂੰ ਕਿ ਜਿਹੜੇ ਸਿੱਧੀ ਬਿਜਾਈ ਕਰਨਗੇ ਉਹਨਾਂ ਨੂੰ 1500 ਰੁਪਏ ਪ੍ਰਤੀ ਏਕੜ ਹੀ ਆਪਣੇ ਕੋਲੋਂ ਦੇਵਾਂਗੇ। ਪਰ ਫਿਰ ਵੀ ਕਿਸਾਨ ਜਿਹੜੇ ਨੇ ਸਿੱਧੀ ਬਿਜਾਈ ਵੱਲ ਨਹੀਂ ਧਿਆਨ ਦਿੰਦੇ। ਹਾਲੇ ਵੀ ਰਵਾਇਤੀ ਉਸੇ ਤਰੀਕੇ ਨਾਲ ਪਨੀਰੀ ਬੀਜ ਕੇ, ਕੱਦੂ ਕਰਕੇ ਤੇ ਪਾਣੀ ਲਗਾ ਕੇ ਉਹ ਰਵਾਇਤੀ ਹੀ ਬਿਜਾਈ ਕਰਦੇ ਨੇ। ਕਿਉਂ ਨਹੀਂ ਕਿਸਾਨ ਫਿਰ ਸਿੱਧੀ ਬਿਜਾਈ ਵੱਲ ਜੁੜਦੇ? ਇਹਦੇ ਭੋਪਾਲ ਦੀ ਗੱਲ ਇੱਦਾਂ ਵਾ ਵੀ ਸਾਡੇ ਜਿਹੜੇ ਹੈਗੇ ਨੇ ਡਿਸਟ੍ਰਿਕਟ ਜਿਹੜੇ ਗੁਰਦਾਸਪੁਰ, ਪਠਾਨਕੋਟ, ਅੰਮ੍ਰਿਤਸਰ, ਇਹਦੇ ਵਿੱਚ ਜਿਹੜੀ ਮਾਲਕੀ ਆ ਉਹ ਕਿਸਾਨਾਂ ਦੀ ਕਾਫੀ ਘੱਟ ਹੈ। ਜਿੱਦਾਂ 2.5 ਏਕੜ ਜਾਂ 5 ਏਕੜ ਤੱਕ ਲੈ ਲਓ। ਉਹਦੇ ਵਿੱਚ ਕਿਸਾਨ ਇਹ ਨਹੀਂ ਚਾਹੁੰਦਾ ਵੀ ਮੇਰਾ ਜਿਹੜਾ ਹੈਗਾ ਵਾ ਵੀ ਮੈਂ ਸਿੱਧੀ ਬਿਜਾਈ ਕਰਨਾ ਤੇ ਮੇਰਾ ਜਿਹੜਾ ਲਾਸ ਹੋ ਜਾਏ, ਤੇ ਜਿਹੜੇ ਮੇਰੇ ਆਪਣੇ ਪਰਿਵਾਰਕ ਜਿਹੜੀ ਮੇਰੀ ਹੈਗੀ ਆ ਪਾਲਣ ਪੋਸ਼ਣ, ਉਹਦੇ ਵਿੱਚ ਮੇਰੀ ਕੋਈ ਜਿਹੜੀ ਹੋਰ ਜਿਹੜੀ ਹਾਲਤ ਜਿਹੜੀ ਆ ਉਹ ਨਾਜ਼ੁਕ ਹੋ ਜਾਵੇ। ਲੇਕਿਨ ਫਿਰ ਵੀ ਮੈਂ ਤਾਂ ਕਿਸਾਨਾਂ ਨੂੰ ਇੱਕ ਮੈਸੇਜ ਦਿੰਦਾ ਵਾਂ ਵੀ ਜਿਹੜਾ ਆਪਣਾ ਜਿਸ ਤਰ੍ਹਾਂ 5 ਕਿੱਲੇ ਉਹਦੇ ਵਿੱਚ 1 ਜਾਂ 2 ਏਕੜ ਨੂੰ ਸ਼ੁਰੂਆਤ ਕਰਕੇ ਤੇ ਉਹਦੇ ਵਿੱਚ ਸ਼ੁਰੂ ਕੀਤਾ ਜਾਵੇ। ਅਸੀਂ 2010 ਤੋਂ ਸ਼ੁਰੂ ਕੀਤਾ ਸੀ ਤੇ ਅੱਜ ਚੱਲਣ ਰਹੇ ਹਾਂ। ਪਰ ਜਿਹੜੀ ਸਾਡੀ ਜਿੰਨੀ ਆਮ ਰਵਾਇਤੀ ਕੱਦੂ ਨਾਲ ਜਿਸ ਤਰ੍ਹਾਂ ਲੋਕ ਕਿਸਾਨ ਜਿਹੜੇ ਨੇ ਆਪਣੇ ਪੈਦਾ ਕਰਦੇ ਨੇ ਜੀਰੀ, ਉਨੀ ਸਾਡੀ ਸਿੱਧੀ ਬਿਜਾਈ ਨਾਲ ਹੋ ਜਾਂਦੀ ਆ। ਪਰ ਇਹ ਉਹਨਾਂ ਦੇ ਉਲਟ ਸਾਡੀ ਜਿਹੜੀ ਬਚਤ ਵਾ ਉਹ 5 ਤੋਂ 6 ਹਜ਼ਾਰ ਰੁਪਈਆ ਪਰ ਏਕੜ ਦੀ ਹੈਗੀ ਆ। ਇਹ ਪੈਸਿਆਂ ਤੇ ਇੱਕ ਅਲੱਗ ਚੀਜ਼ ਰਹਿ ਗਈ। ਲੇਕਿਨ ਇਹਦੇ ਵਿੱਚ ਜਿਹੜੀ ਸਾਡੀ ਆਉਣ ਵਾਲੇ ਸਮੇਂ ਵਿੱਚ ਜਿਹੜੀ ਜਿਸ ਤਰ੍ਹਾਂ ਹਰ ਸਰਕਾਰ ਕਹਿੰਦੀ ਆ ਵੀ ਹਰ ਸਾਲ 1 ਮੀਟਰ ਪਾਣੀ ਜਿਹੜਾ ਧਰਤੀ ਦੇ ਡੂੰਘਾ ਹੁੰਦਾ ਜਾ ਰਿਹਾ ਵਾ,
ਤੇ ਜਾਂ ਜਿਹੜਾ ਜ਼ਿਆਦਾ ਪਲੀਤ ਹੁੰਦਾ ਜਾ ਰਿਹਾ, ਜਿਹੜਾ ਪੀਣ ਯੋਗ ਨਹੀਂਗਾ ਹੈਗਾ। ਤੇ ਇਹਦੇ ਵਾਸਤੇ ਸਮੱਸਿਆ ਜ਼ਿਆਦਾ ਭਾਰੀ ਆ। ਇਹਦੇ ਵਾਸਤੇ ਜਿਸ ਤਰ੍ਹਾਂ ਪੰਜਾਬ ਸਰਕਾਰ ਨੇ ਇੱਕ ਸ਼ਡਿਊਲ ਬਣਾਇਆ ਵਾ ਵੀ ਜਿਹੜੀ ਆਪਣੇ ਝੋਨੇ ਦੀ ਬਿਜਾਈ ਆ ਇਹਨੂੰ ਥੋੜ੍ਹਾ ਜਿਹਾ ਲੇਟ ਕੀਤਾ ਜਾਵੇ ਹੋਰ, ਉਹਦੇ ਨਾਲ ਸ਼ਾਇਦ ਉਹਦੇ ਨੂੰ ਬਰਸਾਤਾਂ ਸਟਾਰਟ ਹੋ ਜਾਣ ਤੇ ਸਾਡਾ ਧਰਤੀ ਵਾਲਾ ਪਾਣੀ ਜਿਹੜਾ ਉਹ ਜਿੱਥੇ ਇੱਕ ਹੈਗਾ ਉੱਥੋਂ ਤੱਕ ਬਰਕਰਾਰ ਰਵੇ। ਤੇ ਜਿਹੜੀ ਤੁਸੀਂ ਗੱਲ ਕੀਤੀ ਆ ਵੀ ਸਰਕਾਰ ਨੇ 1500 ਰੁਪਈਆ ਇੱਕ ਕਿਸਾਨ ਨੂੰ ਜਿਹੜੀ ਸਹਾਇਤਾ ਦਿੱਤੀ ਆ, ਮੈਂ ਤਾਂ ਨਾ ਬੜੀ ਵੱਡੀ ਗੱਲ ਆ। ਜਿਹੜਾ 1500 ਰੁਪਈਆ ਦਿੱਤਾ ਉਹਦੇ ਵਿੱਚ ਕਿਸਾਨ ਦੀ ਬਿਜਾਈ ਤੇ ਪਲੱਸ ਜਿਹੜੀ ਉਹਦੀ ਉਸ ਟਾਈਮ ਤੇ ਜਿਹੜੀ ਉਹਦੀ ਸਪਰੇਅ ਆ ਉਹਦਾ ਖਰਚਾ ਉਹਨੂੰ ਵਾਪਸ ਮਿਲ ਜਾਂਦਾ। ਤੇ ਇਹਦੇ ਨਾਲ ਇਹ ਆ ਵੀ ਕਿਸਾਨ ਦਾ ਹੋਰ ਜਿਹੜਾ ਵਾ ਆਪਣਾ ਸੁਧਾਰ ਜਿਹੜਾ ਉਹਦੀ ਜੀਵਨ ਦੇ ਵਿੱਚ ਆਵੇਗਾ, ਉਹ ਖੁਸ਼ਹਾਲੀ ਵੱਲ ਜਾਵੇਗਾ। ਤੇ ਇਹ ਮੇਰੇ ਤੇ ਹਦਾਇਤ ਹੈ ਵੀ ਕਿਸਾਨ ਜਿਹੜੇ ਸਿੱਧੀ ਬਿਜਾਈ ਵੱਲ ਆਉਣ। ਰਵਾਇਤੀ ਜਿਹੜੀ ਬਿਜਾਈ ਕਰਦੇ ਆ ਅਸੀਂ ਝੋਨੇ ਦੀ, ਉਹਦਾ ਕੀ ਨੁਕਸਾਨ ਆ ਜੇ ਵੇਖਿਆ ਜਾਵੇ ਤਾਂ ਕਿਸ ਤਰੀਕੇ ਦਾ ਨੁਕਸਾਨ ਹੁੰਦਾ, ਚਾਹੇ ਉਹ ਜ਼ਮੀਨ ਲੈਵਲ ਤੇ ਲਾ ਲਈਏ, ਪਾਣੀ ਲੈਵਲ ਤੇ ਲਾ ਲਈਏ, ਜਾਂ ਫਿਰ ਆਪਣੇ ਖਰਚੇ ਲੈਵਲ ਤੇ ਲਾ ਲਈਏ? ਰਵਾਇਤੀ ਦੇ ਵਿੱਚ ਤੇ ਭੋਪਾਲ ਜੀ ਤੁਹਾਨੂੰ ਮੈਂ ਦੱਸਿਆ ਵੀ ਜਿਹੜਾ ਜਿਸ ਤਰ੍ਹਾਂ ਖਰਚੇ ਦੇ ਪੱਖੋਂ ਚੱਲਦੇ ਆ ਤੇ ਉਹਦਾ 5 ਜਾਂ 6000 ਰੁਪਈਆ ਤੇ ਸਾਨੂੰ ਜਿਹੜਾ ਖਰਚਾ ਉਹ ਸਟਾਰਟਿੰਗ ਦੇ ਵਿੱਚ ਵੱਧ ਦੇਣਾ ਪੈਂਦਾ ਵਾ। ਤੇ ਦੂਸਰਾ ਜੇ ਪਾਣੀ ਪੱਖੋਂ ਆਂਦੇ, ਜਦੋਂ ਅਸੀਂ ਸਟਾਰਟ 10 ਜੂਨ ਨੂੰ ਫਰਜ਼ ਕਰੋ ਅਸੀਂ ਆਪਣਾ ਸਟਾਰਟ ਕਰ ਲੈਂਦੇ ਆ ਝੋਨੇ ਦੀ ਬਿਜਾਈ ਕੱਦੂ ਕਰਕੇ ਕਰਨੇ, ਤਾਂ ਉਹਦੇ ਵਿੱਚ 15 ਤੋਂ 20 ਦਿਨ ਜਿਹੜਾ ਸਾਨੂੰ ਦਿਨ ਰਾਤ ਇੱਕ ਹੋਣਾ ਪੈਂਦਾ ਵਾ। ਤੇ ਜਿਹੜਾ ਪਾਣੀ ਆ ਉਹਦੇ ਵਿੱਚ 4 ਇੰਚ ਜਾਂ 6 ਇੰਚ ਜਿਹੜਾ ਬਰਕਰਾਰ ਰੱਖਣਾ ਪੈਂਦਾ ਵਾ ਵੀ ਜਿਹੜਾ ਸਾਡਾ ਇਹਦੇ ਵਿੱਚ ਨਦੀਨ ਨਾ ਹੋ ਜਾਣ। ਅਗਰ ਜੇ ਪਾਣੀ ਨਹੀਂ ਰੱਖਦੇ ਤਾਂ ਨਦੀਨ ਉਹਦੇ ਸਮੱਸਿਆਵਾਂ ਆਉਂਦੀਆਂ ਨੇ। ਪਰ ਮੈਂ ਪਿਛਲੇ ਸਾਲ ਦੇਖਿਆ ਸੀਗਾ ਵੀ ਅਸੀਂ ਜਿਹੜੀ ਬਿਜਾਈ ਕੀਤੀ ਸੀ, ਆਪਣੀ ਸਿੱਧੀ ਬਿਜਾਈ ਕੀਤੀ ਸੀ, ਆਪਾਂ ਕੀਤੀ ਸੀਗੀ 18 ਜੂਨ ਨੂੰ ਮਈ ਨੂੰ 18 ਮਈ ਨੂੰ ਕੀਤੀ ਸੀਗੀ। ਲੇਕਿਨ ਜਦੋਂ ਕਿਸਾਨਾਂ ਨੇ 5-6 ਜੂਨ ਤੋਂ ਜਾਂ 10 ਜੂਨ ਦੇ ਏੜ-ਗੇੜ ਝੋਨਾ ਲਾਉਣਾ ਸ਼ੁਰੂ ਕੀਤਾ ਤੇ ਉਹ 9-10 ਜੂਨ ਦੇ ਏੜ-ਗੇੜ ਇੱਕ ਵੱਡੀ ਹਨੇਰੀ ਆਈ ਜਾਂ ਵੱਡਾ ਤੂਫਾਨ ਆਇਆ ਤੇ ਉਹਦੇ ਨਾਲ ਜਿਹੜੇ ਸਾਡੇ ਜਿਹਨੇ ਬਹੁਤ ਜ਼ਿਆਦਾ ਦਰਖਤ ਡਿੱਗੇ, ਜਿਹੜੀਆਂ ਲਾਈਨਾਂ ਸੀਗੀਆਂ ਉਹਦਾ ਕਾਫੀ ਨੁਕਸਾਨ ਹੋਇਆ। ਲੇਕਿਨ ਸਾਡੀ ਜਿਹੜੀ ਸਿੱਧੀ ਬਿਜਾਈ ਵਾਲਾ ਝੋਨਾ ਸੀਗਾ ਉਹ ਬਰਕਰਾਰ ਆ। ਉਹਨੂੰ 5 ਜਾਂ 10 ਦਿਨ ਅਸੀਂ ਵੇਟ ਵੀ ਕਰ ਲੈਂਦੇ ਹਾਂ, ਸਾਡਾ ਨਾ ਪਾਣੀ ਆਵੇ ਤੇ ਸਰਦਾ ਵਾ। ਤੇ ਲੇਕਿਨ ਜਿਹੜਾ ਕੱਦੂ ਵਾਲਾ ਝੋਨਾ ਵਾ ਉਹ 2 ਜਾਂ 4 ਦਿਨ ਤੋਂ ਬਾਅਦ ਜੇ ਉਹਨੂੰ ਪਾਣੀ ਨਹੀਂ ਆਉਂਦਾ ਤੇ ਉਹਨੂੰ ਦੁਬਾਰਾ ਵਾਹ ਕੇ ਲਾਉਣਾ ਪੈਂਦਾ ਵਾ। ਉਹਦੇ ਵਿੱਚ ਕੁਝ ਹੱਲ ਨਹੀਂ, ਜਾਂ ਨਦੀਨ ਜ਼ਿਆਦਾ ਹੋ ਜਾਣਗੇ ਜਾਂ ਜਿਹੜਾ ਬੂਟਾ ਵਾ ਉਹ ਸੁੱਕ ਜਾਂਦਾ। ਝਾੜ ਨੂੰ ਲੈ ਕੇ ਬੜੇ ਸਵਾਲ ਉੱਠਦੇ ਆ ਕਿਸਾਨਾਂ ਦੇ ਮਨਾਂ 'ਚ, ਸਿੱਧੀ ਬਿਜਾਈ ਨੂੰ ਲੈ ਕੇ ਤੇ ਰਵਾਇਤੀ ਬਿਜਾਈ ਨੂੰ ਲੈ ਕੇ। ਕਈ ਵਾਰੀ ਇਹ ਵੀ ਕਿਸਾਨ ਸੋਚ ਜਾਂਦੇ ਆ ਕਿ ਅਗਰ ਸਿੱਧੀ ਬਿਜਾਈ ਕਰਾਂਗੇ ਤੇ ਝਾੜ ਘੱਟ ਨਿਕਲੇਗਾ। ਤੁਸੀਂ ਕਿਸ ਤਰੀਕੇ ਨਾਲ ਦੇਖਦੇ? ਅਸੀਂ ਤਾਂ ਜਦੋਂ 2010 ਦੇ ਲੱਗੇ ਆ ਤੇ ਜਾਂ 15 ਤੋਂ ਬਾਅਦ ਜਦੋਂ ਸਾਡੇ ਸਪਰੇਆਂ ਕਰਨ ਵਾਲੀਆਂ ਉੱਤੇ ਸਾਨੂੰ 2 ਸਪਰੇਆਂ ਜਿਹੜੀ ਆਪਣੇ ਪੈਂਡੀ ਦੀ ਆ ਗਈ ਜਾਂ ਬਾਅਦ ਵਿੱਚ ਨੋਮਨੀ ਗੋਲਡ ਵਗੈਰਾ ਆ ਗਈ। ਹੁਣ ਤੇ ਵਿਗਿਆਨੀਆਂ ਵੱਲੋਂ ਵੱਖ-ਵੱਖ ਨਦੀਨਾਂ ਲਈ ਵੱਖ-ਵੱਖ ਤਰ੍ਹਾਂ ਦੀਆਂ ਹੀ ਦਵਾਈਆਂ ਜਿਹੜੀਆਂ ਨੇ ਉਹ ਕੀਤੀਆਂ ਨੇ। ਪਰ ਇਹ ਸਾਨੂੰ ਇਹ ਪਰਖਣਾ ਪਵੇਗਾ, ਯੂਨੀਵਰਸਿਟੀਆਂ ਦੇ ਨਾਲ, ਖੇਤੀਬਾੜੀ ਵਿਭਾਗ ਦੇ ਨਾਲ ਰਾਬਤੇ ਕਾਇਮ ਰੱਖਣੇ ਪੈਣਗੇ। ਸਾਨੂੰ ਨਦੀਨਾਂ ਦੀ ਪਛਾਣ ਹੋਣੀ ਚਾਹੀਦੀ ਵੀ ਇਹ ਨਦੀਨ ਇਸ ਟਾਈਮ ਸਾਡੇ ਖੇਤ ਦੇ ਵਿੱਚ ਕਿਹੜਾ ਵਾ, ਨਾ ਕਿ ਇਸ ਉਲਟ ਜਿਹੜੇ ਸਾਡੇ ਡੀਲਰ ਆ ਉਹਨਾਂ ਕੋਲ ਜਾ ਕੇ ਅਸੀਂ 4 ਜਾਂ 5 ਦਵਾਈਆਂ ਇਕੱਠੀਆਂ ਕਰਕੇ ਪਾ ਲਈਏ, ਆਪਣਾ ਵੱਧ ਨੁਕਸਾਨ ਕਰੀਏ। ਉਹ ਬਣੇ ਨਹੀਂ ਜਾਣਾ ਚਾਹੀਦਾ। ਜਿਹੜਾ ਨਦੀਨ ਤੁਹਾਡੇ ਖੇਤ ਦੇ ਵਿੱਚ ਹੈਗਾ ਵਾ, ਹੁਣ ਤੇ ਬੜੀ ਜਿਹੜੀ ਟੈਕਨੋਲੋਜੀ ਗਾੜੀ ਆ ਗਈ ਆ, ਸੋਸ਼ਲ ਮੀਡੀਆ ਆ ਗਿਆ, WhatsApp ਗਰੁੱਪ ਆ ਗਏ ਨੇ, ਉਹਨਾਂ ਵਿੱਚ ਅਸੀਂ ਆਪਣੀ ਫੋਟੋ ਖਿੱਚ ਕੇ ਆਪਣੇ ਮਾਹਰ ਨੂੰ, ਆਪਣੇ ਸਾਇੰਟਿਸਟ ਨੂੰ ਸੈਂਡ ਕਰ ਸਕਦੇ ਹਾਂ ਤੇ ਉਹ ਦੁਬਾਰਾ ਸਾਨੂੰ ਜਵਾਬ ਦੇ ਸਕਦਾ ਵਾ ਵੀ ਇਹ ਨਦੀਨ ਆ ਇਹਦੇ ਵਿੱਚ ਕਿਹੜੀ ਸਪਰੇਅ ਹੋਣੀ ਆ, ਕਿੰਨੀ ਮਾਤਰਾ ਵਿੱਚ ਹੋਣੀ ਆ, ਤੇ ਉਹ ਕਰਕੇ ਤੇ ਅਸੀਂ ਆਪਣਾ ਮਸਲਾ ਹੱਲ ਕਰ ਸਕਦੇ ਹਾਂ। ਯਾਨੀ ਕਿ ਫਜ਼ੂਲ ਖਰਚਿਆਂ ਤੋਂ ਅਸੀਂ ਬਚ ਸਕਦੇ ਹਾਂ। ਇੱਕ ਹੁਣ ਇਸ ਵੇਲੇ ਇੱਕ ਹੋਰ ਮਸਲਾ ਜਿਹੜਾ ਉੱਠ ਰਿਹਾ ਕਿ ਕਿਸਾਨ ਕਹਿ ਰਹੇ ਨੇ ਕਿ ਜਿਹੜਾ ਟਾਈਮ ਜਿਹੜਾ ਸਮਾਂ ਹੈ ਉਹ ਲੇਟ ਕਰ ਦਿੱਤਾ ਸਰਕਾਰ ਨੇ, ਚਾਹੇ ਉਹ ਸਿੱਧੀ ਬਿਜਾਈ ਦਾ ਹੋਵੇ, ਚਾਹੇ ਉਹ ਰਵਾਇਤੀ ਬਿਜਾਈ ਦਾ ਹੋਵੇ। ਅੱਗੇ ਨਾਲੋਂ ਟਾਈਮ 10-10, 15-15 ਦਿਨ ਵਧਾ ਦਿੱਤਾ ਹੈ ਕਿ ਤੁਸੀਂ ਲੇਟ ਕਰੋ। ਉਹ ਕਹਿੰਦੇ ਨੇ ਕਿ ਲੇਟ ਕਰਨ ਦਾ ਨੁਕਸਾਨ ਹੋਏਗਾ। ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ ਸਰਕਾਰ ਦੇ ਇਸ ਫੈਸਲਾ? ਤੇ ਉਹਨਾਂ ਦੇ ਦਰੁਸਤ ਆ। ਜਿਸ ਤਰ੍ਹਾਂ ਸਾਡੇ ਸਾਇੰਟਿਸਟ ਜਾਂ ਸਰਕਾਰਾਂ ਕਹਿੰਦੀਆਂ ਨੇ ਵੀ ਸਾਡਾ ਜਿਹੜਾ ਪਾਣੀ ਆ ਦਿਨ ਬ ਦਿਨ ਜਿਹੜਾ ਵਾ ਉਹ 1 ਮੀਟਰ ਤੋਂ 2 ਮੀਟਰ ਜਿਹੜਾ ਸਾਲ ਦਾ ਧਰਤੀ ਤੋਂ ਹੇਠ ਥੱਲੇ ਜਾ ਰਿਹਾ। ਤੇ ਕੁਝ ਤੇ ਸਾਇੰਟਿਸਟ ਇਹ ਵੀ ਕਹਿੰਦੇ ਨੇ ਵੀ ਆਉਣ ਵਾਲੇ 17 ਸਾਲਾਂ ਬਾਅਦ ਜਿਹੜਾ ਸਾਡਾ ਪੀਣ ਯੋਗ ਪਾਣੀ ਹੈ ਧਰਤੀ ਹੇਠੋਂ ਖਤਮ ਹੋ ਜਾਣਾ। ਯਾਨੀ ਕਿ ਤੀਸਰੇ ਪੱਤਣ ਤੇ ਸਾਡਾ ਪਾਣੀ ਪਹੁੰਚਿਆ ਹੋਇਆ ਵਾ। ਪਹਿਲਾ ਤੇ ਦੂਸਰਾ ਪੱਤਣ ਜਿਹੜਾ ਪਲੀਤ ਹੋ ਚੁੱਕਿਆ ਵਾ, ਜਿਹੜਾ ਪੀਣ ਯੋਗ ਨਹੀਂ ਜਾਂ ਫਸਲਾਂ ਨੂੰ ਦੇਣ ਯੋਗ ਨਹੀਂ ਰਿਹਾ। ਜੇ ਤੇ ਅਸੀਂ ਆਉਣ ਵਾਲੇ ਭਵਿੱਖ ਬਾਰੇ ਸੋਚਦੇ ਹਾਂ ਤਾਂ ਫਿਰ ਤੇ ਫੈਸਲੇ ਸਹੀ ਨੇ। ਲੇਕਿਨ ਇਹ ਜਿਹੜੇ ਫੈਸਲੇ ਕੀਤੇ ਨੇ, ਜਿਸ ਤਰ੍ਹਾਂ 18 ਜੂਨ ਤੋਂ ਕਰ ਲਿਆ, ਉਧਰ ਮਾਲਵੇ ਵੱਲ ਕਰ ਲਿਆ ਤੇ ਸਾਨੂੰ 26 ਜੂਨ ਤੇ ਛੁੱਟ ਲਿਆ ਡਿਸਟ੍ਰਿਕਟ ਨੂੰ। ਅਸੀਂ ਨੀਮ ਪਹਾੜੀ ਖੇਤਰਾਂ ਵਿੱਚ ਹੋਣ ਦੇ ਕਰਕੇ ਸਾਡੇ ਜਿਹੜੇ ਜ਼ਿਲ੍ਹੇ ਨੇ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ ਵਗੈਰਾ, ਇਹ ਜਿਹੜੇ ਨੇ ਇਹ ਨਵੀਂ ਭਰੇ ਜ਼ਿਲ੍ਹੇ ਨੇ। ਇਹਨਾਂ ਦੇ ਵਿੱਚ ਜਿਹੜੀ ਆ ਇਹ ਝੋਨੇ ਦੀ ਜਿਹੜੀ ਬਿਜਾਈ ਆ ਇਹ ਗੇਤੀ ਹੋਣੀ ਚਾਹੀਦੀ ਆ। ਲੇਕਿਨ ਜਿਹੜੇ ਮਾਲਵੇ ਵਾਲੇ ਨੇ ਉਹਨਾਂ ਦੀ ਵੀ ਕੁਝ ਮਜਬੂਰੀ ਆ। ਉਹਨਾਂ ਦੇ ਕੋਲ ਜਿਹੜੀਆਂ ਉਹ ਆਪਣੇ ਲੌਂਗ ਟਰਮ ਜਿਹੜੀਆਂ ਫਸਲਾਂ ਬੀਜਦੇ ਨੇ, ਜਿਸ ਤਰ੍ਹਾਂ ਪੂਸਾ 44 ਹੋ ਗਈਆਂ, ਪੂਸਾ ਵਗੈਰਾ ਜਿਹੜੇ ਬੀਜਦੇ ਨੇ, ਪਰ ਉਹਨਾਂ ਦਾ ਜ਼ਿਆਦਾ ਲੱਗਦਾ। ਲੇਕਿਨ ਉਹ ਵੀ ਮਜਬੂਰ ਨੇ ਵੀ ਉਹਨਾਂ ਨੂੰ ਵੀ ਜਿਹੜਾ ਝੋਨਾ ਵਾ ਉਹ ਲਾਉਣ ਦੀ ਗੇਤੀ ਦਿੱਤੀ ਜਾਵੇ। ਪਰ ਕਾਰਨ ਉੱਥੇ ਆ ਵੀ ਜਿਹੜਾ ਸਾਡਾ ਪਾਣੀ ਆ ਫਿਰ ਉਹ ਨਹੀਂ ਬਚੇਗਾ। ਅਸੀਂ ਜਿਹੜੀਆਂ ਖੇਤਾਂ ਵਿੱਚ ਹੁਣੇ ਤਸਵੀਰਾਂ ਦੇਖੀਆਂ ਕਿ ਬੇਟਾ ਤੁਹਾਡਾ ਨਾਲ ਸਮਤਲ ਕਰ ਰਿਹਾ, ਇਹ ਕਿਹੜੀ ਮਸ਼ੀਨਾਂ ਹੈਗੀਆਂ ਨੇ ਜਿਹੜੀ ਸਿੱਧੀ ਬਿਜਾਈ 'ਚ ਕੰਮ ਆਉਂਦੀਆਂ? ਇਹ ਸਿੱਧੀ ਬਿਜਾਈ ਲਈ ਤੇ ਇੱਕ ਖਾਸ ਕਰਕੇ ਜਿਹੜੀ ਹੈਗੀ ਆ ਵੀ
ਜੇ ਅਸੀਂ ਤੁਸੀਂ ਸਿੱਧੀ ਬਿਜਾਈ ਵਿੱਚ ਕਾਮਯਾਬ ਹੋਣਾ ਤੇ ਤੁਹਾਡਾ 80% ਨਿਰਭਰ ਕਰਦਾ ਵੀ ਤੁਹਾਡੇ ਖੇਤ ਦੀ ਤਿਆਰੀ ਹੋਣੀ ਚਾਹੀਦੀ ਜਿਹੜੀ ਆ। ਜੇ ਤੁਹਾਡੇ ਖੇਤ ਦੀ ਤਿਆਰੀ ਨਹੀਂ ਠੀਕ ਤੇ ਤੁਸੀਂ ਕਾਮਯਾਬ ਨਹੀਂ ਹੋ ਸਕੋਗੇ। ਖੇਤ ਦੀ ਤਿਆਰੀ ਦਾ ਮਤਲਬ ਇਹ ਆ ਵੀ ਇਹਨੂੰ ਵਾਹ ਕੇ ਚੰਗੀ ਤਰ੍ਹਾਂ ਲੇਜ਼ਰ ਲੈਵਲ ਕਰਕੇ ਇੱਕ ਸਮਤਲ ਕਰਕੇ ਤੇ ਦੁਬਾਰਾ ਉਹਦੇ ਵਿੱਚ ਬਿਜਾਈ ਕਰੋ। ਅੱਗੇ ਪਹਿਲਾਂ ਤਾਂ ਸਾਡੇ ਕੋਲ ਕੱਲੀ ਦੂਜੀ ਸੀਡ ਡਰਿਲ ਹੀ ਹੁੰਦੀ ਸੀਗੀ, ਪੈਂਡੀ ਸੀਡ ਡਰਿਲ ਹੁੰਦੀ ਸੀ, ਜਿਹਦੇ ਨਾਲ ਅਸੀਂ ਅੱਗੇ ਸਪਰੇਅ ਕਰਦੇ ਹਾਂ ਤੇ ਪਿੱਛੇ ਉਹਦੇ ਨਾਲ ਆਪਣੇ ਪਹਿਲਾਂ ਬੀਜਾਈ ਕਰਦੇ ਹਾਂ, ਪਿੱਛੇ ਸਪਰੇਅ ਕਰਦੇ ਹਾਂ। ਤੇ ਲੇਕਿਨ ਹੁਣ ਤੇ ਗਾੜੀ ਲੱਕੀ ਸੀਡ ਡਰਿਲਾਂ ਆ ਗਈਆਂ ਨੇ ਜਿਹੜੀਆਂ ਪਿਛਲੇ 2 ਸਾਲ ਤੋਂ ਚੱਲ ਰਹੀਆਂ ਨੇ। ਉਹਦੇ ਵਿੱਚ ਨਾਲ ਦੀ ਨਾਲ ਹੀ ਅਸੀਂ ਸਪਰੇਅ ਕਰੀ ਜਾਣ ਡੇ, ਨਾਲ ਦੀ ਨਾਲ ਹੀ ਅਸੀਂ ਬਿਜਾਈ ਕਰੀ ਜਾਣ ਡੇ ਹਾਂ। ਕਿਸਾਨ ਦਾ ਸਮਾਂ ਵੀ ਜਿਹੜਾ ਵਾ ਉਹ ਬਚਦਾ ਜਾਣ ਡਿਆ ਵਾ। ਅੱਗੇ ਹੁੰਦਾ ਸੀਗਾ ਵੀ ਜੇ ਅਸੀਂ ਅੱਜ ਬਿਜਾਈ ਕਰ ਲਈ ਆ ਤੇ ਜੇ ਪਤਾ ਨਹੀਂ ਸਾਨੂੰ ਕਿਤੇ ਗੱਲ ਵੀ ਕਿਤੇ ਕੋਈ ਕੰਮ ਪੈ ਗਿਆ, ਜ਼ਰੂਰੀ ਕਿਤੇ ਜਾਣਾ ਪੈ ਗਿਆ, ਜਾਂ 1 ਜਾਂ 2 ਦਿਨ ਜੇ 72 ਘੰਟੇ ਦੇ ਅੰਦਰ ਅੰਦਰ ਇਹ ਨਹੀਂ ਸਪਰੇਅ ਕਰਦੇ ਤੇ ਸਾਡਾ ਨਦੀਨ ਉੱਗ ਪੈਂਦਾ ਸੀਗਾ ਤੇ ਉਹ ਸਾਡੀ ਨਦੀਨਾਂ ਦੀ ਸਮੱਸਿਆ ਹੁੰਦੀ ਸੀ। ਲੇਕਿਨ ਇਹ ਆ ਵੀ ਇਹਦੇ ਨਾਲ ਸਮਾਂ ਜੁੜਿਆ ਹੈ। ਪਹਿਲੇ 2-4 ਦਿਨ ਜਿਹੜੇ ਹੈਗੇ ਆ ਇਹ ਖੇਤ ਦੇ ਵੱਲ ਧਿਆਨ ਦੇਣ ਦੀ ਲੋੜ ਵਾ ਤੇ ਮੁੜ ਕੇ ਤੇ ਕੋਈ ਗੱਲ ਨਹੀਂ, ਐਡੀ ਵੱਡੀ ਕੋਈ ਸਮੱਸਿਆ ਨਹੀਂ। ਜੇ ਦੂਸਰੇ ਰਵਾਇਤੀ ਗੱਲ ਅਸੀਂ 20 ਤੋਂ 25 ਦਿਨ ਧਿਆਨ ਦਿੰਦੇ ਹਾਂ ਤੇ ਇਹਦੇ ਵਾਸਤੇ ਜਾਂ 2 ਜਾਂ 4 ਦਿਨ ਧਿਆਨ ਦੇ ਲਈਏ ਤੇ ਇਹ ਜਿਹੜਾ ਸਾਡਾ ਝੋਨਾ ਵਾ ਇਹ ਹੋ ਸਕਦਾ ਜੀ। ਬਿਲਕੁਲ, ਇਹ ਸਨ ਸਾਡੇ ਨਾਲ ਅਗਾਂਹ ਵਧੂ ਸੋਚ ਦੇ ਮਾਲਕ ਕਿਸਾਨ ਪਲਵਿੰਦਰ ਸਿੰਘ। ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਆਪਣੀ ਖੇਤ ਦੇ ਵਿੱਚ ਸਿੱਧੀ ਬਿਜਾਈ ਝੋਨੇ ਦੀ ਕਰਨ ਲਈ ਤਿਆਰੀ ਕਰ ਰਹੇ ਹਨ ਤੇ ਲੇਜ਼ਰ ਸਮਤਲ ਮਸ਼ੀਨ ਹੈ ਜਿਸ ਨਾਲ ਪਹਿਲਾਂ ਜ਼ਮੀਨ ਨੂੰ ਸਮਤਲ ਕੀਤਾ ਜਾਂਦਾ ਹੈ, ਪੱਧਰਾ ਕੀਤਾ ਜਾਂਦਾ ਤੇ ਉਸ ਤੋਂ ਬਾਅਦ ਝੋਨੇ ਦੀ ਸਿੱਧੀ ਬਿਜਾਈ ਕੀਤੀ ਜਾਂਦੀ ਹੈ। ਪਲਵਿੰਦਰ ਸਿੰਘ ਜਿੱਥੇ ਆਪ ਖੇਤੀਬਾੜੀ ਕਰਦੇ ਹਨ ਉੱਥੇ ਉਹਨਾਂ ਦਾ ਬੇਟਾ ਵੀ ਇਹਨਾਂ ਦਾ ਪੂਰਨ ਤੌਰ ਤੇ ਸਾਥ ਦਿੰਦਾ ਹੈ। ਹਰਮਨ ਸਾਡੇ ਨਾਲ ਇੱਥੇ ਮੌਜੂਦ ਹੈ, ਉਹਦੇ ਨਾਲ ਗੱਲਬਾਤ ਕਰ ਲੈਂਦੇ ਹਾਂ। ਹਰਮਨ, ਕਿਸ ਤਰੀਕੇ ਦਾ ਇਹ ਜਿਹੜਾ ਲੈਵਲ ਆ ਤੁਸੀਂ ਕਰਦੇ ਹੋ, ਕਿੰਨਾ ਕੁ ਟਾਈਮ ਲੱਗਦਾ ਵਾ 1 ਏਕੜ ਨੂੰ ਅਗਰ ਜਦੋਂ ਲੈਵਲ ਕਰਨਾ ਹੋਵੇ? ਅਸੀਂ ਜਦੋਂ ਰੇਜ਼ਰ ਲੈਵਲ ਕਰਦੇ ਹਾਂ ਤਾਂ ਕਈ ਵਾਰੀ ਪੈਲੀ ਦੀ ਜਿੰਨੀਆਂ ਪੈਲੀਆਂ ਨੇ ਹਰ ਇੱਕ ਦਾ ਮਤਲਬ ਕਿ ਵੱਖਰਾ ਵੱਖਰਾ ਅਲੱਗ-ਅਲੱਗ ਹਿਸਾਬ ਹੁੰਦਾ ਆ। ਅਲੱਗ-ਅਲੱਗ ਤਰ੍ਹਾਂ ਦੀਆਂ ਪੈਲੀਆਂ ਹੁੰਦੀਆਂ, ਕੋਈ ਕਿਸੇ ਨੇ ਮਿੱਟੀ ਪਟਾਈ ਹੁੰਦੀ ਆ, ਕਿਸੇ ਨੇ ਮਤਲਬ ਕਿ ਕੁਛ ਕੀਤਾ ਹੁੰਦਾ, ਕਰਾਹ ਫੇਰੇ ਹੁੰਦੇ ਹੋਰ ਦੂਸਰੇ। ਤੇ ਜੇਕਰ ਨੋਰਮਲ ਪੈਲੀ ਨੂੰ ਦੇਖਿਆ ਜਾਵੇ ਤਾਂ ਨੋਰਮਲ ਪੈਲੀ ਦੇ ਵਿੱਚ 1 ਤੋਂ 1.5 ਘੰਟੇ ਦੇ ਵਿੱਚ ਅਸੀਂ ਜਿਹੜੀ ਆ ਪੈਲੀ ਨੂੰ ਚੰਗੀ ਤਰ੍ਹਾਂ ਪੱਧਰੀ ਜਿਹੜੀ ਕਰ ਦਿੰਦੇ ਹਾਂ। ਉਸ ਤੋਂ ਬਾਅਦ ਫਿਰ ਬਿਜਾਈ ਸ਼ੁਰੂ ਕਰਦੇ ਤੇ ਉਹ ਕਿੱਦਾਂ ਬਿਜਾਈ ਫਿਰ ਕਿੱਦਾਂ ਕਰਦੇ? ਜਦੋਂ ਮਤਲਬ ਕਿ ਪਹਿਲਾਂ ਰੇਜ਼ਰ ਲੈਵਲ ਕਰ ਦੇਣਾ ਹੈ ਨਾ, ਰੇਜ਼ਰ ਲੈਵਲ ਕਰਨ ਤੋਂ ਬਾਅਦ ਦੇ ਵਿੱਚ ਅਗਰ ਥੱਲੇ ਮਤਲਬ ਕਿ ਨਮੀ ਹੈਗੀ ਆ, ਪਾਣੀ ਜ਼ਮੀਨ ਦੇ ਵਿੱਚ ਨਮੀ ਆ, ਥੋੜ੍ਹੀ ਬਹੁਤ ਨਮੀ ਹੈਗੀ ਆ, ਫਿਰ ਤਾਂ ਤੁਸੀਂ ਡਾਇਰੈਕਟ ਮਤਲਬ ਕਿ ਉੱਪਰ ਡਰਿਲ ਕਰ ਸਕਦੇ ਜੇ। ਅਤੇ ਜੇਕਰ ਨਮੀ ਨਹੀਂ ਹੈਗੀ ਤਾਂ ਫਿਰ ਤੁਸੀਂ ਇੱਦਾਂ ਹੀ ਰੇਜ਼ਰ ਲੈਵਲ ਤੋਂ ਬਾਅਦ ਪਾਣੀ ਲਗਾ ਦਿਓ। ਪਾਣੀ ਲਗਾਉਣ ਤੋਂ ਬਾਅਦ ਫਿਰ ਜਦੋਂ ਪਾਣੀ ਸੁੱਕਦਾ ਆ ਅਤੇ ਪਾਣੀ ਸੁੱਕਣ ਤੋਂ ਬਾਅਦ ਉਸ ਦੇ ਉੱਪਰ ਸਿੱਧਾ ਡਾਇਰੈਕਟ ਉੱਪਰ ਸੁਹਾਗਾ ਜਿਹੜਾ ਹੈ ਉੱਪਰ ਚੁੱਕ ਕੇ ਸੁਹਾਗਾ ਫੇਰ ਦਿਓ। ਸੁਹਾਗਾ ਫੇਰਨ ਤੋਂ ਬਾਅਦ ਨਦੀਨ ਜੇ ਥੋੜ੍ਹਾ ਬਹੁਤਾ ਕੋਈ ਨਦੀਨ ਉੱਗਿਆ ਆ ਉਹ ਸੁਹਾਗੇ ਦੇ ਨਾਲ ਜਿਹੜਾ ਹੈ ਉਹ ਪੁੱਟਿਆ ਜਾਂਦਾ ਹੈ ਅਤੇ ਫਿਰ ਉਸ ਤੋਂ ਬਾਅਦ ਡਰਿਲ ਕਰ ਦਿਓ। ਫਿਰ ਵੀ ਝੋਨਾ ਜਿਹੜਾ ਬਹੁਤ ਸ਼ਾਨਦਾਰ ਵਧੀਆ ਹੁੰਦਾ। ਹੁਣ ਤੱਕ ਤੁਸੀਂ ਸਿੱਧੀ ਬਿਜਾਈ ਕਰ ਰਹੇ ਹੋ, ਆਪਣੇ ਪਿਤਾ ਜੀ ਨਾਲ ਮਿਲ ਕੇ ਖੇਤੀਬਾੜੀ ਕਰਦੇ ਹੋ, ਸਿੱਧੀ ਬਿਜਾਈ ਕਰਦੇ ਹੋ, ਕਦੀ ਕੋਈ ਉਹ ਸਾਲ ਆਇਆ ਜਦੋਂ ਝਾੜ ਘੱਟ ਨਿਕਲਿਆ ਹੋਵੇ? ਝਾੜ ਪਹਿਲਾਂ ਸ਼ੁਰੂ ਦੇ ਵਿੱਚ ਹੁੰਦਾ ਸੀਗਾ ਕਿਉਂਕਿ ਉਦੋਂ ਸਾਡੇ ਕੋਲ ਦਵਾਈਆਂ ਨਹੀਂ ਸੀਗੀਆਂ, ਸਾਡੇ ਕੋਲ ਮਤਲਬ ਕਿ ਇੰਨਾ ਮੇਨ ਜਿਹੜੀ ਗੱਲ ਹੁੰਦੀ ਆ ਕਿ ਜਦੋਂ ਵੀ ਕੋਈ ਸਿੱਧੀ ਬਿਜਾਈ ਦੀ ਜਦੋਂ ਨਵੀਂ ਸਕੀਮ ਚੱਲੀ ਸੀਗੀ ਉਸ ਟਾਈਮ ਦੇ ਉੱਤੇ ਜਿਹੜੀ ਸੀਗੀ ਅਸੀਂ ਆਪਣੀਆਂ ਪੈਲੀਆਂ ਦੇ ਵਿੱਚ ਟਰਾਇਲ ਸ਼ੁਰੂ ਕੀਤੇ ਸੀਗੇ। ਯੂਨੀਵਰਸਿਟੀ ਨੇ ਇੱਕ ਲੱਗ ਗਿਆ ਕਿਤਾਬੀ ਜਿਹੜੀ ਆ ਯੂਨੀਵਰਸਿਟੀ ਨੇ ਚੀਜ਼ ਬਣਾ ਕੇ ਦੇ ਦੇਣੀ, ਉਹ ਅਲੱਗ ਚੀਜ਼ ਹੁੰਦੀ ਆ। ਜਿਹੜੀ ਪੈਲੀਆਂ ਦੇ ਵਿੱਚ ਆ ਕੇ ਅਸੀਂ ਕਿਸਾਨਾਂ ਨੇ ਆਪ ਕਰਨੀ ਹੁੰਦੀ ਆ ਉਹ ਅਲੱਗ ਚੀਜ਼ ਹੋ ਜਾਂਦੀ ਆ। ਅਸੀਂ ਜਦੋਂ ਆਪਣੀ ਖੋਜ ਜਿਹੜੀ ਕੀਤੀ ਸ਼ੁਰੂ ਦੇ ਵਿੱਚ 2-3 ਸਾਲ, ਉਹਦੇ ਵਿੱਚ ਕੀ ਹੁੰਦਾ ਸੀਗਾ ਕਈ ਵਾਰੀ ਸਾਡੇ ਕੋਲੋਂ ਪਾਣੀ ਗਲਤ ਲੱਗ ਜਾਂਦਾ ਸੀਗਾ, ਸਾਨੂੰ ਪਤਾ ਨਹੀਂ ਸੀਗਾ ਵੀ ਟਾਈਮ ਕਿਹੜਾ ਹੈ ਪਾਣੀ ਦਾ। ਫਿਰ ਕਈ ਵਾਰੀ ਕੀ ਹੁੰਦਾ ਸੀਗਾ ਕਿ ਨਦੀਨ ਜਿਹੜੇ ਸੀਗੇ ਜ਼ਿਆਦਾ ਹੋ ਜਾਂਦੇ ਸੀਗੇ। ਅਸੀਂ ਕਈਆਂ ਦੇ ਨਾਲ ਵੀ ਗੋਡੀਆਂ ਦਿੱਤੀਆਂ ਨੇ ਝੋਨੇ ਦੇ ਵਿੱਚ। ਹੁਣ ਤਾਂ ਮਸ਼ੀਨ ਵੀ ਆ ਗਈ ਆ ਵਿੱਚ ਗੋਡੀ ਕਰਨ ਵਾਲੀ ਮਸ਼ੀਨ, ਝੋਨਾ ਉੱਗ ਜਾਂਦਾ ਆ ਅਤੇ ਉਸ ਦੇ ਵਿੱਚ ਗੋਡੀ ਵੀ ਕਰ ਸਕਦੇ ਨੇ ਨਦੀਨਾਂ ਨੂੰ। ਸਭ ਤੋਂ ਹੁਣ ਬਿਲਕੁਲ ਕੋਈ ਉੱਦਾਂ ਦੀ ਮੁਸ਼ਕਿਲ ਨਹੀਂ ਹੈਗੀ। ਪਹਿਲਾਂ ਮੁਸ਼ਕਿਲਾਂ ਹੈਗੀਆਂ ਸੀਗੀਆਂ, ਹੁਣ ਕੋਈ ਉੱਦਾਂ ਦੀ ਮੁਸ਼ਕਿਲ ਨਹੀਂ ਹੈਗੀ। ਝਾੜ ਦੀ ਜੇ ਗੱਲ ਕਰੀਏ, ਝਾੜ ਸ਼ੁਰੂ ਦੇ ਵਿੱਚ ਘੱਟ ਹੁੰਦਾ ਸੀਗਾ, ਪਰ ਹੁਣ ਜਿਹੜਾ ਆ ਝਾੜ ਕਈ ਵਾਰੀ ਤੇ ਜਿਹੜੇ ਆਮ ਅਸੀਂ ਕੱਦੂ ਕਰਕੇ ਜਿਹੜਾ ਅਸੀਂ ਝਾੜ ਲੈਂਦੇ ਉਸ ਤੋਂ ਵੀ ਕਈ ਵਾਰੀ ਕੁਇੰਟਲ 2 ਕੁਇੰਟਲ ਵੱਧ ਨਿਕਲਦਾ। ਅਤੇ ਤੁਸੀਂ ਆਪਣੀ ਹੀ ਪੈਲੀ ਇਸ ਤਰੀਕੇ ਨਾਲ ਬੀਜਦੇ ਹੋ, ਜੇ ਦੂਸਰੇ ਕਿਸਾਨ ਤੁਹਾਨੂੰ ਕਹਿਣ ਕਿ ਸਾਡੀ ਵੀ ਜ਼ਮੀਨ ਆ ਕੇ ਸਿੱਧੀ ਬਿਜਾਈ ਕਰ ਦਿਓ ਅਤੇ ਉਹਦਾ ਫਿਰ ਕਿਸ ਤਰੀਕੇ ਨਾਲ ਤੁਸੀਂ ਲੈਂਦੇ ਹੋ? ਨਹੀਂ, ਜੇਕਰ ਅਸੀਂ ਆਪਣੀ ਤਾਂ ਬੀਜਣੀ ਪਰ ਅਸੀਂ ਹੋਰ ਵੀ ਲਾਗੇ ਅੰਮ੍ਰਿਤਸਰ ਤੱਕ, ਗੁਰਦਾਸਪੁਰ, ਹੁਸ਼ਿਆਰਪੁਰ, ਇੱਧਰ ਸਾਰੇ ਪਠਾਨਕੋਟ ਤੱਕ ਵੀ ਬਿਜਾਈ ਕਰਕੇ ਆਉਂਦੇ ਹਾਂ। ਜੇਕਰ ਕੋਈ ਸੱਜਣ ਆਪਣਾ ਕਹਿ ਦਿੰਦਾ ਹੈ ਕਿ ਸਾਡੀ ਬਿਜਾਈ ਕਰਕੇ ਜਾਓ ਤਾਂ ਅਸੀਂ ਜ਼ਰੂਰ ਕਰਕੇ ਜਾਂਦੇ ਹਾਂ। ਅਤੇ ਉਸ ਦੀ ਆਪਾਂ ਇੱਕ ਕਿੱਲੇ ਦਾ ਜਿਹੜਾ ਮੁਆਵਜ਼ਾ ਹੈ ਉਹ ਸਿਰਫ 1000 ਰੁਪਇਆ ਰੱਖਿਆ ਹੈ ਡਰਿਲ ਦਾ। 1000 ਰੁਪਇਆ ਮੁਆਵਜ਼ੇ ਦੇ ਨਾਲ ਅਸੀਂ ਉਹਨਾਂ ਦੀ ਬਿਜਾਈ ਜਿਹੜੀ ਕਰਕੇ ਆ ਜਾਈਦੀ। ਮਤਲਬ 1000 ਪਹਿਲਾਂ ਤੁਸੀਂ ਲੇਜ਼ਰ ਮਸ਼ੀਨ ਦਾ ਲੈਂਦੇ ਹੋ ਸਮਤਲ ਕਰਨ ਦਾ, ਅਤੇ ਫਿਰ ਉਸ ਤੋਂ ਬਾਅਦ 1000 ਬਿਜਾਈ ਕਰਨ ਦਾ? ਨਹੀਂ, 1000 ਰੁਪਇਆ ਮਸ਼ੀਨ ਦਾ ਡਰਿਲ ਦਾ ਲਈਦਾ ਆ, ਆਪਣਾ ਬਿਜਾਈ ਕਰਨ ਦਾ। ਜਿਹੜਾ ਲੇਜ਼ਰ ਲੈਵਲ ਦਾ ਆ ਉਸ ਦਾ ਇੱਕ ਪ੍ਰਤੀ ਆਵਰ ਦੇ ਹਿਸਾਬ ਦੇ ਨਾਲ ਹੁੰਦਾ, ਪ੍ਰਤੀ ਘੰਟੇ ਦੇ ਹਿਸਾਬ ਦੇ ਨਾਲ। 1 ਘੰਟੇ ਦਾ 1000 ਰੁਪਇਆ ਪ੍ਰਤੀ ਘੰਟੇ ਦੇ ਹਿਸਾਬ ਦੇ ਨਾਲ ਕਿ
ਉਹ ਅਲੱਗ-ਅਲੱਗ ਜ਼ਮੀਨ ਦਾ ਤੁਹਾਨੂੰ ਦੱਸਿਆ, ਜਿਵੇਂ ਕਿ ਕਿਸੇ ਨੇ ਮਤਲਬ ਕਿ ਮਿੱਟੀ ਪਟਾਈ ਹੁੰਦੀ ਆ ਉਸ 'ਤੇ ਵੱਧ ਟਾਈਮ ਲੱਗਦਾ ਆ। ਜੇਕਰ ਨੋਰਮਲ ਦਾ ਦੇਖਿਆ ਜਾਏ ਤਾਂ ਨੋਰਮਲ ਦਾ 1 ਘੰਟੇ ਤੋਂ 1.5 ਘੰਟੇ ਦੇ ਵਿੱਚ ਜਿਹੜੀ ਆ ਜ਼ਮੀਨ ਪੱਧਰੀ ਹੋ ਜਾਂਦੀ ਆ। ਹਾਂਜੀ ਬਿਲਕੁਲ। ਇਹ ਸਾਡੇ ਨਾਲ ਹਰਮਨ ਜੋ ਕਿ ਪਲਵਿੰਦਰ ਸਿੰਘ ਕਿਸਾਨ ਜੋ ਨੇ ਉਹਨਾਂ ਦਾ ਬੇਟਾ ਹੈ, ਤੇ ਇਹ ਆਪ ਆਪਣੇ ਪਿਤਾ ਦੇ ਨਾਲ ਮਦਦ ਕਰਦਾ ਹੈ ਇਸ ਖੇਤੀਬਾੜੀ ਦੇ ਵਿੱਚ। ਸਭ ਤੋਂ ਪਹਿਲਾਂ ਇਸ ਲੇਜ਼ਰ ਮਸ਼ੀਨ ਦੇ ਨਾਲ ਜ਼ਮੀਨ ਨੂੰ ਪੱਧਰਾ ਕੀਤਾ ਜਾਂਦਾ ਹੈ, ਤੇ ਉਸ ਤੋਂ ਬਾਅਦ ਸੀਡਰ ਮਸ਼ੀਨ ਦੇ ਨਾਲ ਬਿਜਾਈ ਕੀਤੀ ਜਾਂਦੀ ਹੈ। ਤੇ ਇਹ ਹੁਣ ਫਿਲਹਾਲ ਆਪਣੀ ਜ਼ਮੀਨ ਨੂੰ ਪੱਧਰਾ ਕਰਦੇ ਨਜ਼ਰ ਆ ਰਹੇ ਨੇ, ਕਿਉਂਕਿ ਜਿਹੜਾ ਟਾਈਮ ਦਿੱਤਾ ਹੈ ਸਰਕਾਰ ਨੇ ਉਸ ਟਾਈਮ ਤੇ ਇਹ ਸਿੱਧੀ ਬਿਜਾਈ ਕਰ ਸਕਣ। ਪਿਛਲੇ ਕਾਫੀ ਲੰਬੇ ਸਮੇਂ ਤੋਂ ਸਿੱਧੀ ਬਿਜਾਈ ਕਰ ਰਹੇ ਨੇ, ਨਾ ਕਿ ਖੁਦ ਆਪਣੇ ਖੇਤਾਂ 'ਚ ਕਰ ਰਹੇ ਨੇ। ਜਿਹੜੇ ਕਿਸਾਨ ਚਾਹਵਾਨ ਨੇ ਸਿੱਧੀ ਬਿਜਾਈ ਦੀ, ਉਹਨਾਂ ਦੇ ਜਾ ਕੇ ਪੈਲੀਆਂ ਤਿਆਰ ਕਰਕੇ ਉਹਨਾਂ ਦੀ ਬਿਜਾਈ ਵੀ ਕਰਦੇ ਹਨ, ਜਿਸ ਦਾ ਜਿਹੜਾ ਖਰਚਾ ਹੈ ਉਹ ਇਹਨਾਂ ਕੋਲ ਪ੍ਰਤੀ ਏਕੜ ਸੀਡਰ ਮਸ਼ੀਨ ਦਾ 1000 ਰੁਪਈਆ ਅਤੇ ਲੇਜ਼ਰ ਮਸ਼ੀਨ ਦਾ ਜੋ ਹੈ ਸਮਤਲ ਕਰਨ ਦਾ 1 ਘੰਟੇ ਦਾ 1000 ਰੁਪਈਆ। 1 ਘੰਟੇ ਦੇ ਵਿੱਚ ਕਹਿੰਦੇ ਨੇ ਕਿ 1 ਏਕੜ ਜ਼ਮੀਨ ਜਿਹੜੀ ਉਹ ਸਮਤਲ ਹੋ ਜਾਂਦੀ ਹੈ। ਤੇ ਐਸੇ ਅਗਾਂਹ ਵਧੂ ਸੋਚ ਦੇ ਕਿਸਾਨ ਜੋ ਨੇ ਉਹ ਜਿੱਥੇ ਆਪਣੀ ਸੋਚ ਬਦਲ ਰਹੇ ਨੇ, ਦੂਸਰੇ ਪਾਸੇ ਦੂਸਰੇ ਕਿਸਾਨਾਂ ਦੀ ਵੀ ਸੋਚ ਨੂੰ ਬਦਲ ਰਹੇ ਨੇ। ਪਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਸਿੱਧੀ ਬਿਜਾਈ ਦੇ ਨਾਲ ਝਾੜ ਨਹੀਂ ਘਟਦਾ, ਬਸ ਧਿਆਨ ਰੱਖਣ ਦੀ ਜ਼ਰੂਰਤ ਹੈ। ਝਾੜ ਓਨਾ ਹੀ ਆਉਂਦਾ ਹੈ ਜਿੰਨਾ ਰਵਾਇਤੀ ਬਿਜਾਈ ਦੇ ਨਾਲ ਆਉਂਦਾ ਹੈ, ਪਰ ਸਿੱਧੀ ਬਿਜਾਈ ਦੇ ਵਿੱਚ ਜਿੱਥੇ ਪਾਣੀ ਦੀ ਬਚਤ ਹੁੰਦੀ ਹੈ ਉੱਥੇ ਖਰਚਿਆਂ ਦੀ ਵੀ ਬਚਤ ਹੁੰਦੀ ਹੈ। ਸਰਕਾਰ ਦਾ ਸ਼ਲਾਘਾਯੋਗ ਕਦਮ ਹੈ ਜੋ 1500 ਰੁਪਇਆ ਪ੍ਰਤੀ ਏਕੜ ਸਿੱਧੀ ਬਿਜਾਈ ਵਾਲੇ ਕਿਸਾਨ ਨੂੰ ਦੇ ਰਹੇ ਨੇ। ਇਸ ਦੇ ਨਾਲ ਕਿਸਾਨ ਦਾ ਹੋਰ ਖਰਚਾ ਘਟ ਜਾਵੇਗਾ, ਤੇ ਨਾਲ ਹੀ ਉਹ ਕਿਸਾਨਾਂ ਨੂੰ ਇਹ ਵੀ ਅਪੀਲ ਕਰ ਰਹੇ ਨੇ ਕਿ ਜੇ ਅਸੀਂ ਪਾਣੀ ਬਚਾਉਣਾ ਹੈ, ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਬਚਾਉਣੀਆਂ ਹਨ, ਤਾਂ ਸਿੱਧੀ ਬਿਜਾਈ ਵੱਲ ਧਿਆਨ ਦਿੱਤਾ ਜਾਵੇ। ਕੈਮਰਾ ਪਰਸਨ ਪਰਮਿੰਦਰ ਦੇ ਨਾਲ ਭੋਪਾਲ ਸਿੰਘ, ਲਿਵਿੰਗ ਇੰਡੀਆ ਨਿਊਜ਼, ਗੁਰਦਾਸਪੁਰ।